ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। परम सन्मान आवर साहिब कमाल बारगाहे इनायत के मालक कलयुगी जीवों के उद्धार करता साहिब सहाबा जोत रूप हर आप महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमयी इनायतमयी श्री चरण कमलां च विराजमान गुरु प्यारी साध संगत गुरुदेव जी दी महान इनायत दा सदका साडे सारियां दे सिर ते मेहरमतमई रखे हथ दा सदका जीवन दा अज दा दिन भी प्राप्त होया और इस नवें दिन दी जो नवें जन्म समान है शाम अजीज़ुल नवाज गनीमुल खराज पातशाह गुरु गोबिंद सिंह साहिब जी दे मुबारक चरण कमलों की खाक दे नाम करना नसीब होया। सतगुरु जी दे दर तो निवाजे हुए कीर्तनियां तो बड़े प्रेम रस विच आपने सर्वत्र आशा पूर्ण करनहार सौदर चौंकी दे कीर्तन रहरास आरती अरदास ते फिर शहनशाह जी दे पावन हुक्मनामे झोली च पवाए हन। कुछ समा होर महिमा दे मालक मेरियां पीरियां दे दाते झूठे तख्तां विच उलझे हुए संसार नूं अकाल पुरख दा तख्त संसार ते लिया के देण वाले श्री गुरु हरगोबिंद साहिब महाराज जी दे पावन जीवन प्रसंग अमृत जीवन कथड़ियां राहीं गुरु इतिहास विचार गुरु दीदार दा बायस बन सके इसलिए जितने माता भ्राता हाजरीन हाज़री पर रहे हो पेशतर छोटी जही ध्यान साधना है। दोवां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु हरगोबिंद साहिब जी दे चरण कमलों ते टिकिया है ते साहिब जियां ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गलवकड़ी करदियां चरण चुमदियां होया गुरु की अमृत फतेह द्वारा सांझ बनाइए। वाहिगुरु जी का खालसा वाहिगुरु जी की फतेह। कल तक प्रेम सहित सरवण करदियां इतना आपने सरवण किया कि साहिब श्री गुरु हरगोबिंद साहिब जी महाराज अपने महान साहिबजादे बाबा सूरजमल जी की बारात लैके चले हैं और बहुत खूबसूरत समा बनया बाणी गाई जा रही है क्योंकि बाणी तो बिना होर कोई ऐसी कलाम दुनिया ते नहीं है।
ਜੋ ਸਿੱਖ ਦੇ ਹਿਰਦੇ ਨੂੰ ਸੁਖ ਦੇ ਸਕੇ, ਆਨੰਦ ਦੇ ਸਕੇ। ਇਸ ਲਈ ਭਾਵੇਂ ਜਗਤ ਬਿਖੇ ਨਾਦ ਕਰਨ ਸੁਣ ਪੀਨਾ, ਹਰ ਜਸ ਸੁਨਤ ਆਲਸ ਮਨ ਕੀਨਾ। ਵਾਸਨਾ ਦੇ ਨਾਲ ਲਿਬੜੇ ਹੋਏ ਬੋਲ ਸੁਣਨਾ ਲੋਕ ਬਹੁਤ ਸਾਰੇ ਪਸੰਦ ਕਰਦੇ ਨੇ। ਗਾਣਾ ਵੀ ਇਸ ਤਰ੍ਹਾਂ ਪਸੰਦ ਕਰਦੇ ਨੇ, ਪਰ ਗੁਰਸਿੱਖ ਦਾ ਹਿਰਦਾ ਬਾਣੀ ਦੇ ਗਾਇਨ ਨਾਲ ਜੁੜਦਾ ਹੈ। ਗੁਰਬਾਣੀ ਗਾਵਹਿ ਭਾਈ, ਉਹ ਸਫਲ ਸਦਾ ਸੁਖਦਾਈ। ਸਿੱਖ ਸਦਾ ਗੁਰੂ ਦੀ ਬਾਣੀ ਗਾਉਂਦਾ ਹੈ, ਔਰ ਬਾਣੀ ਹਰ ਕੰਮ ਵਾਸਤੇ, ਹਰ ਪ੍ਰਾਰੰਭਤਾ ਵਾਸਤੇ ਸਮੇਂ ਸਮੇਂ ਲਈ ਮਹਾਰਾਜ ਨੇ ਉਚਾਰਨ ਕੀਤੀ ਹੈ। ਜੈਸੇ ਸਵੇਰ ਦੇ ਸਮੇਂ ਪੜ੍ਹਨ ਵਾਸਤੇ ਮਹਾਰਾਜ ਨੇ ਸਾਨੂੰ ਜਪਜੀ ਸਾਹਿਬ, ਜਾਪ ਸਾਹਿਬ, ਚੌਪਈ, ਆਨੰਦ ਸਾਹਿਬ, ਸਵਈਏ ਮਹਾਨ ਬਾਣੀਆਂ ਬਖਸ਼ੀਆਂ ਹਨ। ਇਸ ਤਰ੍ਹਾਂ ਸੰਧਿਆ ਵੇਲੇ ਹਰ ਕੀਰਤ ਹਮਰੀ ਰਹਿਰਾਸ ਦੀ ਦਾਤ ਝੋਲੀ 'ਚ ਪਾਈ। ਅਤੇ ਜਿਸ ਵੇਲੇ ਸਿੱਖ ਆਰਾਮ ਕਰਨ ਲਈ ਆਪਣੇ ਬਿਸਤਰੇ 'ਤੇ ਜਾਵੇ, ਸੌਣ ਲੱਗੇ, ਉਹ ਸਾਨੂੰ ਸ਼ਯਨ ਕਾਲ ਦੀ ਬਾਣੀ ਸ੍ਰੀ ਸੋਹਿਲਾ ਸਾਹਿਬ ਪ੍ਰਦਾਨ ਕੀਤੀ। ਕੋਈ ਪ੍ਰਾਣੀ ਅਕਾਲ ਚਲਾਣਾ ਕਰ ਗਿਆ, ਅਲਾਣੀਆਂ ਦਾ ਪਾਠ ਮੌਜੂਦ ਹੈ। ਆਨੰਦ ਕਾਰਜ ਹੋਣਾ ਹੈ, ਉਸ ਵੇਲੇ ਲਾਵਾਂ ਸਤਿਗੁਰੂ ਨੇ ਸਾਨੂੰ ਬਖਸ਼ੀਆਂ ਨੇ। ਐਸੀ ਕੋਈ ਸਾਡੇ ਜੀਵਨ ਦੀ ਰੀਤ ਰਸਮ ਨਹੀਂ ਹੈ ਜਿਸ ਪ੍ਰਥਾਏ ਮਹਾਰਾਜ ਨੇ ਸਾਨੂੰ ਬਾਣੀ ਨਾ ਬਖਸ਼ੀ ਹੋਵੇ। ਸਾਨੂੰ ਹਰ ਵੇਲੇ ਤੇ ਹਰ ਰਸਮ ਦੀ ਆਰੰਭਤਾ ਲਈ ਬਾਣੀ ਬਖਸ਼ੀ ਹੈ। ਇਸ ਲਈ ਸਿੱਖ ਕੌਮ ਵਰਗੀ ਅਧਿਆਤਮਕ ਸਰਮਾਏ ਵਿੱਚ ਹੋਰ ਅਮੀਰ ਕੌਮ ਕੋਈ ਦਿਖਾਈ ਨਹੀਂ ਪੈਂਦੀ। ਐਸਾ ਕੋਈ ਵੀ ਕੰਮ ਨਹੀਂ ਹੈ ਜਿਸ ਪ੍ਰਥਾਏ ਮਹਾਰਾਜ ਨੇ ਸਾਨੂੰ ਬਾਣੀ ਦੀ ਦਾਤ ਦੇ ਕੇ ਨਾ ਨਿਵਾਜਿਆ ਹੋਵੇ। ਆਪ ਮਹਾਰਾਜ ਜੀ ਦੀ ਬਾਣੀ ਦਾ ਪਾਠ ਕਰੋ। ਇਹ ਗੱਲ ਵੱਖਰੀ ਹੈ ਵੀ ਸਾਡੇ ਸਿੱਖਾਂ ਵਿੱਚ ਬੜਾ ਅਵੇਸਲਾਪਨ ਹੈ, ਔਰ ਅਸੀਂ ਕਿਸੇ ਹੱਦ ਤੱਕ ਗੁਰੂ ਨਾਲੋਂ ਦਿਨ ਪ੍ਰਤੀ ਦਿਨ ਟੁੱਟਦੇ ਹੋਏ ਦਿਖਾਈ ਪੈ ਰਹੇ ਹਾਂ। ਬੜੀਆਂ ਬੜੀਆਂ ਸ਼ਖਸੀਅਤਾਂ ਨਿਤਨੇਮ ਤੋਂ ਵਾਂਝੀਆਂ ਨੇ। ਮਹਾਰਾਜ ਜੀ ਨੇ ਦੋ ਬਾਣੀ 'ਚ ਬੋਲ ਬੜੇ ਰਸ ਲਬਰੇਜ਼ ਆਖੇ ਨੇ। ਕਹਿੰਦੇ ਨੇ, ਜਾਗੈ ਪਾਉ ਜਗਤ ਸਭ ਲਾਗੈ, ਸੋ ਪੰਡਿਤ ਕਿਉਂ ਹਰ ਨਾ ਕਹੈ, ਕਾਹੇ ਮੇਰੇ ਬਾਹਮਣ ਹਰ ਨਾ ਕਹੈ। ਪੁਰਖਾ ਤੇਰਾ ਸਨਮਾਨ ਸਾਰਾ ਜਗਤ ਕਰਦਾ ਹੈ, ਤੇ ਤੂੰ ਫੇਰ ਵੀ ਸਨਮਾਨ ਦੇਣ ਵਾਲੇ ਪਰਮਾਤਮਾ ਦਾ ਨਾਮ ਨਹੀਂ ਜਪਦਾ। ਸਗੋਂ ਜਿਨ੍ਹਾਂ ਦਾ ਸਨਮਾਨ ਜ਼ਿਆਦਾ ਹੈ, ਉਹਨਾਂ ਨੂੰ ਪਰਮਾਤਮਾ ਦਾ ਜ਼ਿਆਦਾ ਸਨਮਾਨ ਕਰਨਾ ਚਾਹੀਦਾ ਅਤੇ ਨਾਮ ਨਾਲ ਜੁੜਨਾ ਚਾਹੀਦਾ। ਸਤਿਗੁਰੂ ਜੀ ਨੇ ਸਾਨੂੰ ਹਰ ਪੱਖ ਬੜੀ ਅਮੀਰੀ ਬਖਸ਼ ਕੇ ਸਾਡਾ ਖੁਸ਼ੀਆਂ ਨਾਲ ਭਰਿਆ। ਇੱਥੇ ਵੀ ਮਹਾਰਾਜ ਜੀ ਦਾ ਇਤਿਹਾਸ ਪੜ੍ਹਦਿਆਂ, ਵਿਚਾਰਦਿਆਂ ਇਹ ਵਿਚਾਰ ਸਾਹਮਣੇ ਆ ਜਾਂਦਾ ਹੈ ਕਿ ਜਦ ਬਾਰਾਤ ਚੜ੍ਹੀ ਬਾਬਾ ਸੂਰਜਮਲ ਜੀ ਦੀ, ਅਤੇ ਗੁਰਸਿੱਖਾਂ ਨੇ ਬਾਣੀ ਪੜ੍ਹਦੇ ਹੋਏ ਬਾਰਾਤ ਦੇ ਚੜ੍ਹਾਅ ਦਾ ਆਗਾਜ਼ ਕੀਤਾ, ਔਰ ਸੂਰਜਮਲ ਜੀ ਨੂੰ ਅੱਗੇ ਕੀਤਾ ਗਿਆ। ਬਾਬਾ ਸੂਰਜਮਲ ਜੀ, ਬੜਾ ਸੋਹਣਾ ਭਾਈ ਸਾਹਿਬ ਜੀ ਨੇ ਇਹ ਲਿਖਿਆ ਹੈ, ਸਭ ਬਰਾਤ ਕੋ ਭਲੇ ਚੜ੍ਹਾਏ, ਗਾਵਤ ਮੁਰੀ ਸਦਨ ਸਮੁਦਾਏ। ਘਰ ਦੀਆਂ ਤ੍ਰੀਮਤਾਂ ਜਿਨ੍ਹਾਂ ਬਾਰਾਤ ਨਹੀਂ ਜਾਣਾ, ਬਾਰਾਤ ਨੂੰ ਵਿਦਾ ਕਰਕੇ
ਤੇ ਉਹ ਵੀ ਬਾਣੀ ਗਾਉਂਦੀਆਂ ਹੋਈਆਂ ਆਪਣੇ ਘਰ ਵੱਲ ਪਰਤੀਆਂ ਨੇ, ਭਾਵ ਮਹਾਰਾਜ ਜੀ ਦੇ ਘਰ ਵੱਲ। ਗਾਵਤ ਮੁਰੀ ਸਦਨ ਸਮੁਦਾਇ, ਸੂਰਜ ਮਲ ਕੋ ਆਗੇ ਕਰਕੇ, ਗਮਨੇ ਸਕਲ ਹਰਖ ਉਰ ਭਰ ਕੇ। ਲਾੜੇ ਦੇ ਰੂਪ ਵਿੱਚ ਮਹਾਰਾਜ ਜੀ ਦੇ ਸਾਹਿਬਜ਼ਾਦੇ ਬਾਬਾ ਸੂਰਜਮਲ ਜੀ ਹਨ, ਅੱਗੇ ਅੱਗੇ ਚੱਲ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਨਾਲ ਚੱਲ ਰਹੇ ਨੇ ਔਰ ਇਸ ਢੰਗ ਨਾਲ ਬਾਰਾਤ ਦੀ ਰਵਾਨਗੀ ਹੋਈ ਹੈ। ਇਤਨਾ ਆਪਨੇ ਸਰਵਣ ਕੀਤਾ। ਅਗਲੀ ਵਿਚਾਰ ਸਰਵਣ ਕਰੀਏ ਪੇਸ਼ਤਰ, ਜਿਤਨੇ ਬੈਠੇ ਹੋ ਇੱਕ ਵਾਰੀ ਦੋਵੇਂ ਹੱਥ ਜੋੜੋ ਤੇ ਪ੍ਰੇਮ ਸਹਿਤ ਆਖੋ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਗੱਜ ਕੇ ਆਖੋ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਉਲੰਘੇ ਉਲੰਘੇ ਸਲਤਾ ਆਏ ਵਿਪਾਸਾ। ਇਸ ਤਰ੍ਹਾਂ ਬਾਰਾਤ ਬਾਣੀ ਗਾਉਂਦੀ ਹੋਈ, ਜਾਪ ਕਰਦੀ ਹੋਈ ਬਿਆਸ ਦਰਿਆ ਨੂੰ ਪਾਰ ਕਰ ਲਿਆ। ਰਈਆ ਤੋਂ ਲੰਘ ਕੇ ਬਿਆਸ ਦਰਿਆ ਪਾਰ ਕਰ ਲਿਆ। ਉਹਨਾਂ ਦਿਨਾਂ ਵਿੱਚ ਅਜੇ ਬਾਬਾ ਬਕਾਲਾ ਪ੍ਰਗਟ ਨਹੀਂ ਹੋਇਆ ਸੀ। ਬਾਅਦ 'ਚ ਮਹਾਰਾਜ ਨੇ ਤਪ ਕੀਤਾ ਤੇ ਪ੍ਰਗਟ ਹੋਇਆ। ਦਰਿਆਏ ਬਿਆਸ ਪਾਰ ਕੀਤਾ, ਲੰਘ ਗਏ ਤੇ ਸ੍ਰੀ ਕਰਤਾਰਪੁਰ ਸਾਹਿਬ ਨੂੰ ਜਾ ਰਹੇ ਹਾਂ। ਸ੍ਰੀ ਕਰਤਾਰਪੁਰ ਐਸਾ ਥਾਂ ਹੈ ਜਿਸ ਨੂੰ ਜਹਾਂਗੀਰ ਨੇ ਇੱਕ ਪਟਾ ਲਗਨ ਛੱਡਿਆ ਸੀ ਉਸ ਦਾ। ਜਿਹੜੀ ਜ਼ਮੀਨ ਉਸ ਵੇਲੇ 8,946 ਏਕੜ 7 ਕਨਾਲਾਂ ਤੇ 15 ਮਰਲੇ ਸੀ। 20 ਕਨਾਲ 20 ਮਰਲਿਆਂ ਦਾ ਇੱਕ ਏਕੜ ਹੁੰਦਾ ਹੈ। 8,946 ਕਿੱਲੇ ਘੁਮਾਓ ਜਾਂ ਕਿੱਲੇ ਜਾਂ ਹੈਕਟਰ ਕਹਿ ਦਿੰਦੇ ਨੇ, ਤੇ 7 ਕਨਾਲ ਭਾਵ ਲਗਭਗ ਕੋਈ ਤਕਰੀਬਨ 9,000 ਏਕੜ ਜ਼ਮੀਨ ਸੀ, ਜੋ ਅੱਜ ਵੀ ਉੱਥੇ ਮੌਜੂਦ ਹੈ, ਜੋ ਸੋਢੀਆਂ ਦੇ ਕੋਲ ਹੈ। ਬਾਕੀ ਬਹੁਤ ਸਾਰੀ ਪਿੰਡਾਂ ਵਿੱਚ ਚਲੀ ਗਈ, ਦਰਿਆ ਵਿੱਚ ਚਲੀ ਗਈ। ਅੱਜ ਵੀ ਬਹੁਤ ਵੱਡਾ ਰਕਬਾ ਉੱਥੇ ਮੌਜੂਦ ਹੈ। ਇਸੇ ਤਰ੍ਹਾਂ ਬਿਹਾਰ ਦੇ ਅਮੀਰ ਗੋਪਾਲ ਸਿੰਘ ਨੇ ਕੋਈ 450 ਬਿਘਾ ਜ਼ਮੀਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਨਾਮ ਕਰਵਾਈ ਸੀ, ਜੋ ਕੋਈ 300 ਏਕੜ ਜ਼ਮੀਨ ਬਣਦੀ ਹੈ। ਪਰ ਸਾਡੇ ਅਹਿਮਕਪਣੇ ਕਰਕੇ, ਸਾਡੀ ਖਹਿਬਾਜ਼ੀ ਕਰਕੇ ਤੇ ਸਾਡੇ ਜਾਗਰਤ ਨਾ ਹੋਣ ਕਰਕੇ ਉਹ ਖੁਰਦ-ਬੁਰਦ ਹੋਈ। ਅਗਰ ਉਸ 'ਤੇ ਮੈਂ ਅਰਜ਼ ਕਰਾਂ, ਪੁਰਾਣੇ ਮਾਲ ਦੇ ਕਾਗਜ਼ਾਂ ਨੂੰ ਕਢਵਾ ਕੇ ਔਰ ਬਾਕਾਇਦਾ ਇੱਕ ਜ਼ਮੀਨ ਪੜਤਾਲੀਆ ਕਮੇਟੀ ਬਣ ਜਾਵੇ ਤੇ ਅਪਰੋਚ ਕੀਤੀ ਜਾਵੇ ਤੇ ਉਹ 450 ਬਿਘਾ ਜ਼ਮੀਨ ਤਖਤ ਸ੍ਰੀ ਹਰਿਮੰਦਰ ਸਾਹਿਬ ਦੀ ਵਾਪਸ ਪ੍ਰਾਪਤ ਹੋ ਸਕਦੀ। ਔਰ ਇਹ ਖਰਬਾਂ ਖਰਬਾਂ ਰੁਪਏ ਦਾ ਸਰਮਾਇਆ ਹੈ ਜੋ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਗੋਪਾਲ ਸਿੰਘ ਨਾਮ ਦੇ ਪ੍ਰੇਮੀ ਨੇ ਭੇਟਾ ਕੀਤੀ ਸੀ। ਇਸ ਤਰ੍ਹਾਂ ਨਵਾਬ ਮਹਿੰਦੀ ਅਲੀ ਖਾਨ ਨੇ ਕੋਈ 28,000 ਏਕੜ ਜ਼ਮੀਨ ਨਾਨਕ ਮਤਾ ਸਾਹਿਬ ਨੂੰ ਭੇਟਾ ਕੀਤੀ ਸੀ, ਜਿਸ ਨੂੰ ਉਸ ਵੇਲੇ ਦੇ ਸੰਪੂਰਨਾਨੰਦ CM UP ਦਾ 1962 ਤੋਂ ਲੈ ਕੇ 67 ਤੱਕ ਇਹ ਰਿਹਾ। ਇਸ ਨੇ ਉਹਦੇ 'ਚੋਂ ਕੋਈ 10,000 ਏਕੜ ਜ਼ਮੀਨ ਨਾਨਕ ਮਤਾ ਸਾਹਿਬ ਦੀ ਐਕਵਾਇਰ ਕਰ ਲਈ ਤੇ ਉਸ ਵਿੱਚ ਡੈਮ ਬਣਾ ਦਿੱਤਾ। ਭਾਵੇਂ ਜ਼ਮੀਨਾਂ ਹੋਰ ਵੀ ਸਨ, ਪਰ ਨਜ਼ਰ ਇਸ ਜ਼ਮੀਨ 'ਤੇ ਸੀ। ਬਹੁਤ ਵੱਡੇ ਵੱਡੇ ਸਰਮਾਏ
ਜਾਂ ਤੇ ਅਸੀਂ ਗਵਾ ਲਏ ਨੇ ਤੇ ਜਾਂ ਭੁੱਲ ਗਏ। ਸਾਨੂੰ ਨਹੀਂ ਪਤਾ ਬਈ ਉਹ ਸਾਡੇ ਸਰਮਾਏ ਕਿੱਥੇ ਨੇ। ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਜ਼ਮੀਨ ਹੀ ਅਗਰ ਅਸੀਂ ਵਾਪਸ ਪ੍ਰਾਪਤ ਕਰ ਲਈਏ ਤੇ ਉਸ ਵਿੱਚ ਹਰ ਚੀਜ਼ ਅਸੀਂ ਕਰ ਸਕਦੇ ਹਾਂ। ਸਾਨੂੰ ਜ਼ਮੀਨ ਕਿਤੋਂ ਮੰਗਣ ਦੀ ਲੋੜ ਨਹੀਂ ਹੈ। ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਮ 'ਤੇ ਯੂਨੀਵਰਸਿਟੀ ਵੀ ਬਣਾ ਸਕਦੇ ਹਾਂ, ਹਸਪਤਾਲ ਵੀ ਬਣਾ ਸਕਦੇ ਹਾਂ, ਰਿਹਾਇਸ਼ਾਂ ਵੀ ਬਣਾ ਸਕਦੇ ਹਾਂ। ਔਰ ਇਹ ਪ੍ਰਾਪਰਟੀ, ਇਹ ਸਰਮਾਇਆ ਜੋ ਸਾਡੇ ਰੈਫਰੈਂਸਿਸ ਵਿੱਚ ਦਰਜ ਹੈ, ਉਸ ਦੀ ਪੜਤਾਲ ਕਰੀਏ ਤਾਂ ਬੜਾ ਕੁਝ ਹੋ ਸਕਦਾ। ਪਰ ਸਾਡੀ ਅਣਗਹਿਲੀ ਹੈ, ਅਸੀਂ ਇੱਕ ਦੂਜੇ 'ਤੇ ਸੁੱਟ ਦਿੰਦੇ ਹਾਂ। ਸ਼ੂਦਰ ਰਾਜਨੀਤੀ ਹੈ ਸਾਡੀ। ਮਹਾਰਾਜ ਜੀ ਦਾ ਸਰਮਾਇਆ ਅਸੀਂ ਦਿਨ ਪ੍ਰਤੀ ਦਿਨ ਗਵਾਉਂਦੇ ਜਾਂਦੇ ਹਾਂ। ਜਿਹੜਾ ਸਿੱਖ ਨਿਤਨੇਮ ਨਹੀਂ ਕਰਦਾ ਉਹ ਗੁਰੂ ਵੱਲੋਂ ਬਖਸ਼ਿਆ ਸਰਮਾਇਆ ਗਵਾ ਰਿਹਾ। ਗੁਰੂ ਵੱਲੋਂ ਬਖਸ਼ੀਆਂ ਬਰਕਤਾਂ, ਇਨਾਇਤਾਂ, ਮਹਿਰਮਤਾਂ ਨੂੰ ਝੋਲੀ 'ਚ ਨਹੀਂ ਪਵਾ ਰਿਹਾ। ਸਤਿਗੁਰੂ ਨੇ ਸਾਨੂੰ ਸਭ ਕੁਝ ਦੇ ਕੇ ਕਿਹਾ, ਸਾਚੇ ਸਾਹਿਬਾ ਕਿਆ ਨਹੀਂ ਕਰਤੇ। ਭਾਵ ਰੂਹੇ ਬ੍ਰਹਿਮੰਡ ਦੀ ਕੋਈ ਐਸੀ ਵਸਤੂ ਨਹੀਂ ਹੈ ਜੋ ਗੁਰੂ ਨਾਨਕ ਦੇ ਘਰ ਵਿੱਚ ਨਹੀਂ ਹੈ। ਬਸ ਸਾਨੂੰ ਧਿਆਨ ਨਹੀਂ, ਸਾਡੀ ਯਾਦ ਵਿੱਚ ਨਹੀਂ, ਸਾਨੂੰ ਪਤਾ ਨਹੀਂ ਹੈ ਕਿ ਨਹੀਂ ਹੈ, ਹੈ ਤੇ ਕਿੱਥੇ ਹੈ। ਇਸ ਕਰਕੇ ਅਸੀਂ ਕਹੋ ਨਾਨਕ ਗੁਰ ਬਿਨ ਨਹੀਂ, ਗੁਰੂ ਬਿਨਾਂ ਨਹੀਂ ਪਤਾ ਚੱਲਦਾ। ਭਾਵੇਂ ਪਰਮਾਤਮਾ ਲਾਗੇ ਹੀ ਖੜਾ, ਹਰ ਸਾਜਨ ਸਭ ਕੇ ਨਿਕਟ ਖੜਾ। ਸਾਨੂੰ ਗੁਰੂ ਨੇ ਬਾਣੀ ਨਾਲ ਜੋੜਿਆ, ਇਸ ਲਈ ਬਾਣੀ ਤੋਂ ਬਿਨਾਂ ਦੂਜੀ ਗੱਲ ਨਹੀਂ। ਬਿਆਸ ਦਰਿਆ ਲੰਘ ਕੇ ਬਾਰਾਤ ਬਾਣੀ ਪੜ੍ਹਦੀ ਹੋਈ, ਬਾਣੀ ਗਾਉਂਦੀ ਹੋਈ ਕਰਤਾਰਪੁਰ ਵੱਲ ਨੂੰ ਚੱਲ ਰਹੀ ਹੈ। ਡੇਰਾ ਕਰਿਓ ਤਹੇ ਤਟ ਪਾਸਾ। ਬਿਆਸ ਦਰਿਆ ਨਿਕਲ ਕੇ ਮਹਾਰਾਜ ਜੀ ਨੇ ਉੱਥੇ ਵਿਸ਼ਰਾਮ ਕੀਤਾ। ਬਈ ਇੰਨਾ ਲੰਬਾ ਸਫ਼ਰ ਘੋੜੇ ਵੀ ਥੱਕ ਜਾਂਦੇ ਨੇ, ਬੈਲ ਥੱਕ ਜਾਂਦੇ ਨੇ, ਸਵਾਰ ਵੀ ਥੱਕ ਜਾਂਦੇ ਨੇ। ਬਈ ਹੁਣ ਅਗਲਾ ਜਿਹੜਾ ਦਿਨ ਹੈਗਾ ਉਹ ਫਿਰ ਨਿਕਲੇਗਾ, ਫਿਰ ਕਰਤਾਰਪੁਰ ਲਈ ਰਵਾਨਾ ਹੋਵਾਂਗੇ। ਕਰਤਾਰਪੁਰ ਸਾਹਿਬ ਵਿੱਚ 12 ਅਸਥਾਨ ਨੇ ਸਤਿਗੁਰੂ ਜੀ ਦੇ, ਜਿਨ੍ਹਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਨੰਦ ਕਾਰਜ ਦਾ ਅਸਥਾਨ ਹੈ। ਗੁਰੂ ਅਰਜਨ ਦੇਵ ਜੀ ਦੁਆਰਾ ਸ਼ੱਕਰ ਗੰਗਸਰ ਖੂਹ ਲਗਵਾਇਆ ਹੋਇਆ ਮੌਜੂਦ ਹੈ ਗੁਰਦੁਆਰਾ ਗੰਗਸਰ ਸਾਹਿਬ। ਇਸ ਤਰ੍ਹਾਂ 2 ਦਮਦਮੇ ਸਾਹਿਬ ਨੇ ਮਹਾਰਾਜ ਦੇ, ਜਿੱਥੇ ਮਹਾਰਾਜ ਜੀ ਨੇ ਦਮ ਲਿਆ। ਪੈਂਦੇ ਖਾਣ ਨਾਲ ਯੁੱਧ ਸਤਿਗੁਰੂ ਜੀ ਦਾ ਇੱਥੇ ਹੀ ਹੋਇਆ। ਅੱਜ ਹੀ ਮੈਂ ਉਸ ਅਸਥਾਨ ਦੇ ਮੁਖੀ ਸੇਵਾਦਾਰ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਰਣਜੀਤ ਸਿੰਘ ਕਾਹਲੋਂ ਹੋਣਾ ਨਾਲ ਗੱਲਬਾਤ ਕਰਕੇ ਤੇ ਉਹਨਾਂ ਤੋਂ ਸਾਰੀ ਜਾਣਕਾਰੀ ਲਈ। ਬਈ ਇਹ ਸਾਰੀਆਂ ਜ਼ਮੀਨਾਂ ਉੱਥੇ ਮੌਜੂਦ ਨੇ, ਹੈਗੀਆਂ ਨੇ। ਉਹਨਾਂ ਮੈਨੂੰ ਦੱਸਿਆ ਵੀ ਬਹੁਤ ਸਾਰੀਆਂ ਪਿੰਡਾਂ ਵਿੱਚ ਦੱਬ ਲਈਆਂ, ਦਰਿਆ ਵਿੱਚ ਚਲੀਆਂ ਗਈਆਂ, ਪਰ ਹਾਲੇ ਵੀ ਕਾਫੀ ਸਾਰੀ ਜ਼ਮੀਨ ਮੌਜੂਦ ਹੈ। ਮਹਾਰਾਜ ਜੀ ਦਾ ਵੱਡਾ ਖੂਹ ਹੈ, ਸ਼ੱਕਰ ਗੰਗਸਰ ਕਰਕੇ ਜੋ ਸਾਹਿਬ ਜੀ ਨੇ ਲਗਵਾਇਆ। ਇਸ ਤਰ੍ਹਾਂ 12 ਅਸਥਾਨ ਨੇ ਦਰਸ਼ਨੀ ਸ੍ਰੀ ਕਰਤਾਰਪੁਰ ਸਾਹਿਬ। ਜਦ ਵੀ ਗੁਰੂ ਮਿਹਰ ਕਰੇ ਦੂਰ ਦਰਾਜ਼ ਦੀਆਂ ਸੰਗਤਾਂ ਨੂੰ ਸ੍ਰੀ ਦਰਬਾਰ ਸਾਹਿਬ ਜਾਣਾ ਨਸੀਬ ਹੋਵੇ, ਭਾਗ ਜਗਣ, ਤੇ ਨਾਲ ਹੀ ਬਾਬਾ ਬਕਾਲਾ ਸਾਹਿਬ, ਨਾਲ ਹੀ ਸ੍ਰੀ ਕਰਤਾਰਪੁਰ ਸਾਹਿਬ, ਅੱਗੇ ਦਿਆਲਪੁਰ ਲੰਘੀਏ ਤੇ ਆ ਜਾਂਦਾ। ਜ਼ਰੂਰ ਦਰਸ਼ਨ ਕਰਕੇ ਆਪਣੇ ਆਪ ਨੂੰ ਸੁਭਾਗਾ ਬਣਾਉਣਾ ਚਾਹੀਦਾ ਹੈ। ਸਤਿਗੁਰੂ ਜੀ ਦੀਆਂ ਯਾਦਾਂ ਜੁੜੀਆਂ ਹੋਈਆਂ ਸਾਡੇ ਸਭ ਤੋਂ ਵੱਡੇ ਤੀਰਥ ਨੇ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ।
ਇਹ ਸਾਡੇ ਮਹਾਨ ਤੀਰਥ ਨੇ, ਤੀਰਥ ਰਾਜ ਨੇ, ਜੋ ਸਤਿਗੁਰੂ ਜੀ ਨੇ ਆਪ ਚਰਨ ਪਾ ਕੇ ਇਹ ਨਗਰ ਵਸਾਏ, ਇਹ ਬਰਕਤਾਂ ਦੇ ਥਾਂ ਬਣਾਏ ਔਰ ਸਿੱਖੀ ਦੇ ਮਰਕਜ਼ ਬਣ ਕੇ ਇਹਨਾਂ ਸਥਾਨਾਂ ਤੋਂ ਸਿੱਖੀ ਦਾ ਬੋਲਬਾਲਾ ਦੂਰ ਦਰਾਜ਼ ਤੱਕ ਫੈਲਿਆ। ਉੱਥੇ ਮਹਾਰਾਜ ਜੀ ਨੇ ਅਗਲੇ ਦਿਨ ਲਈ ਆਰਾਮ ਕਰਕੇ ਰਵਾਨਾ ਹੋਣ ਲਈ ਆਖਿਆ। ਜਥਾ ਜੋਗ ਸੇਵਾ ਸਭ ਕੇਰੀ। ਉਸ ਵੇਲੇ ਸ਼ਾਮ ਨੂੰ ਯਥਾ ਯੋਗ ਸਾਰਿਆਂ ਦੀ ਸੇਵਾ, ਬਾਰਾਤੀਆਂ ਦੀ, ਸੰਗਤਾਂ ਦੀ, ਪਰਿਵਾਰਕ ਮੈਂਬਰਾਂ ਦੀ, ਗੁਰਸਿੱਖਾਂ ਦੀ ਕਰੀ ਮਸੰਦਨ ਮਿਲ ਬਹੁ ਤੇਰੀ। ਉਸ ਵੇਲੇ ਜਿਹੜੇ ਮਸੰਦ ਸਨ ਮਹਾਰਾਜ ਜੀ ਦੇ ਮੁਖੀ ਸਿੱਖ, ਜਿਨ੍ਹਾਂ ਨੂੰ ਮਸਨਦ ਤਖਤ 'ਤੇ ਬੈਠਣ ਵਾਲੇ ਆਖਿਆ ਜਾਂਦਾ ਹੈ, ਉਹਨਾਂ ਨੇ ਚਾਅ ਨਾਲ ਸਮਰਪਿਤ ਹੋ ਕੇ ਸਾਰੇ ਸੰਗਤਾਂ ਦੀ ਸੇਵਾ ਵਿੱਚ ਵੱਡਾ ਯੋਗਦਾਨ ਪਾਇਆ। ਨਿਸਾ ਬਿਤਾਏ ਚੜੇ ਮਗ ਚਾਲੇ। ਇਸ ਤਰ੍ਹਾਂ ਰਾਤ ਲੰਘੀ, ਸ਼ਾਮ ਨੂੰ ਸਭ ਨੇ ਮਿਲ ਕੇ ਰਹਿਰਾਜ ਸਾਹਿਬ ਜੀ ਦਾ ਪਾਠ ਕੀਤਾ। ਸੋਹਿਲਾ ਸਾਹਿਬ ਜੀ ਦੀ ਬਾਣੀ ਗਾਈ ਗਈ ਹੋਵੇਗੀ, ਆਰਤੀ ਆਦਿਕ ਗਾਈ ਗਈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਫਿਰ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੋਇਆ। ਜਾਪ ਨਿਤਨੇਮ ਸਿੱਖਾਂ ਨੇ ਕਰਕੇ ਮਹਾਰਾਜ ਜੀ ਦੇ ਹਾਜ਼ਰੀਆਂ ਭਰੀਆਂ। ਅਤੇ ਫਿਰ ਇਸ ਢੰਗ ਦੇ ਨਾਲ ਅਗਲੇ ਥਾਂ ਨਿਵਾਬ ਕਰਤਾਰਪੁਰ ਸਾਹਿਬ ਚੱਲਣ ਦੀ ਤਿਆਰੀ ਹੋਈ। ਰਸਤੇ 'ਤੇ ਚੱਲ ਪਏ। ਸੁਨ ਸੁਨ ਜਾਚਕ ਆਏ ਵਿਸਾਲੇ। ਜਿਸ ਵੀ ਲੋੜਵੰਦ ਨੂੰ ਪਤਾ ਲੱਗਿਆ ਵੀ ਸਤਿਗੁਰੂ ਆਪਣੇ ਸਾਹਿਬਜ਼ਾਦੇ ਨੂੰ ਵਿਆਹੁਣ ਜਾ ਰਹੇ ਨੇ, ਉਹ ਆ ਕੇ ਮਹਾਰਾਜ ਜੀ ਦੇ ਸਾਹਮਣੇ ਝੋਲੀ ਫੈਲਾਉਂਦਾ ਗਿਆ ਔਰ ਮਹਾਰਾਜ ਦਾਤਾਂ ਨਾਲ ਝੋਲੀਆਂ ਭਰਦੇ ਗਏ। ਲੇਤ ਦਰਬ ਕੋ ਹਟਿਓ ਨਾ ਖਾਲੀ। ਸਾਰੇ ਧਨ ਪਦਾਰਥ, ਸਿਹਤ, ਔਲਾਦ, ਜੋ ਜੋ ਦਾਤਾਂ ਦੀ ਉਹਨਾਂ ਦੇ ਜੀਵਨ ਵਿੱਚ ਕਮੀ ਸੀ ਮਹਾਰਾਜ ਕੋਲੋਂ ਮੰਗ ਲਈਆਂ। ਅਤੇ ਗੁਰੂ ਸਾਹਿਬ ਜੀ ਦੇ ਵਿਸ਼ਾਲ ਹਿਰਦੇ ਸਦਕਾ ਕੋਈ ਖਾਲੀ ਝੋਲੀ ਨਾ ਗਈ। ਸਾਰੀਆਂ ਝੋਲੀਆਂ ਮਹਾਰਾਜ ਨੇ ਭਰ ਕੇ ਤੋਰੀਆਂ। ਅੱਜ ਵੀ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ, ਜਿਤਨੇ ਆਪ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਆਏ ਹੋ, ਤੁਹਾਡੇ 'ਚੋਂ ਕੋਈ ਵੀ ਝੋਲੀ ਖਾਲੀ ਲੈ ਕੇ ਨਹੀਂ ਜਾਏਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਦੀਆਂ ਝੋਲੀਆਂ ਭਰ ਕੇ ਹੀ ਭੇਜਣਗੇ, ਕੋਈ ਖਾਲੀ ਨਹੀਂ ਜਾਏਗਾ। ਕੋਈ ਖਾਲੀ ਜਾਂਦਾ ਹੋਇਆ ਅੱਜ ਤੱਕ ਦੇਖਿਆ ਵੀ। ਇਹ ਸਾਹਮਣੇ ਭਾਈ ਅਮਰਜੀਤ ਸਿੰਘ ਜੀ ਬੈਠੇ ਨੇ। ਪਿਛਲੇ ਦਿਨੀ ਇਹਨਾਂ ਨੂੰ ਸਿਹਤ ਦੀ ਸਮੱਸਿਆ ਆ ਗਈ ਸੀ ਅਤੇ ਮੈਨੂੰ ਪਤਾ ਚੱਲਿਆ। ਮੈਂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ, ਘਰ ਵੀ ਮਿਲ ਕੇ ਆਏ। ਅਤੇ ਅੱਜ ਖੁਸ਼ੀ ਹੈ ਬਈ ਮਹਾਰਾਜ ਨੇ ਉਹਨਾਂ ਨੂੰ ਸੰਪੂਰਨ ਸਿਹਤਯਾਬੀ ਨਾਲ ਨਿਵਾਜਿਆ ਅਤੇ ਗੁਰੂ ਸਾਹਿਬ ਜੀ ਦੀਆਂ ਹਾਜ਼ਰੀਆਂ ਭਰ ਰਹੇ ਨੇ। ਸਤਿਗੁਰੂ ਪਾਤਸ਼ਾਹ ਝੋਲੀਆਂ ਭਰ ਦਿੰਦੇ, ਖਾਲੀ ਨਹੀਂ ਜਾਣ ਦਿੰਦੇ। ਕੋਈ ਹੈ ਹੀ ਨਹੀਂ ਜਿਹੜਾ ਸਤਿਗੁਰੂ ਜੀ ਦੇ ਘਰੋਂ ਖਾਲੀ ਜਾਵੇ, ਬਲਕਿ ਸਨਮਾਨ ਨਾਲ ਝੋਲੀਆਂ ਭਰੀਆਂ ਸਭ ਦੀਆਂ। ਕਹਿਓ ਗੁਰੂ ਸਭ ਦੇਹੁ ਸੰਭਾਲੀ। ਤੇ ਮਹਾਰਾਜ ਜੀ ਨੇ ਸਾਰੇ ਸਿੱਖਾਂ ਨੂੰ ਕਿਹਾ ਵੀ ਜੋ ਜੋ ਇਹਨਾਂ ਨੂੰ ਲੋੜ ਹੈਗੀ ਹੈ ਸੰਭਾਲ ਕੇ ਚੰਗੀ ਤਰ੍ਹਾਂ ਸਨਮਾਨ ਨਾਲ ਇਹਨਾਂ ਨੂੰ ਦੇਵੋ, ਕੋਈ ਖਾਲੀ ਨਾ ਜਾਵੇ। ਡੇਢ ਜਾਮ ਦਿਨ ਬੀਤਤ ਆਏ। ਇਸ ਤਰ੍ਹਾਂ ਡੇਢ ਪਹਿਰ ਦਿਨ ਲੰਘ ਗਿਆ ਜਦ ਆਏ ਹਨ। ਸ੍ਰੀ ਕਰਤਾਰਪੁਰਾ ਜਿਸ ਥਾਏ। ਤੇ ਜਿਸੇ ਕਰਤਾਰਪੁਰ ਗੁਰੂ ਅਰਜਨ ਦੇਵ ਜੀ ਦਾ ਵਸਾਇਆ ਹੋਇਆ ਨਗਰ ਹੈ, ਭਾਗਾਂ ਵਾਲਾ ਨਗਰ ਹੈ। ਮਹਾਰਾਜ ਜੀ ਨੇ ਗਲੀਆਂ ਆਪ ਤਿਆਰ ਕੀਤੀਆਂ, ਚੌਕ ਆਪ ਤਿਆਰ ਕੀਤੇ, ਮਕਾਨ ਆਪ ਤਿਆਰ ਕੀਤੇ। ਇੱਕ ਇੱਕ ਗੱਲ ਦੱਸੀ, ਇੱਥੇ ਇਹ ਬਣਾਉਣਾ, ਇੱਥੇ ਇਹ ਬਣਾਉਣਾ। ਬਹੁਤ ਸੁਭਾਗਸ਼ਾਲੀ ਨਗਰ ਹੈ ਸ੍ਰੀ ਕਰਤਾਰਪੁਰ ਸਾਹਿਬ। ਇੱਕ ਪਾਕਿਸਤਾਨ 'ਚ ਹੈ, ਜੋ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਜਾਮੇ 'ਚ ਵਸਾਇਆ, ਅਤੇ ਦੂਜਾ ਦੁਆਬੇ ਵਿੱਚ ਜਲੰਧਰ ਦੇ ਕੋਲ ਹੈ,
जो 5वें जामे च गुरु नानक भाव गुरु अर्जन देव जी ने वसाया, उस भाग भरे नगर विच आ पहुंचे। सकर गंग उदपान जो पावन, बहुत सोहना वड्डा खूह है, उदपान खूह हैगा है, जिस दा नाम शक्कर गंग माता गंगा जियां दे नाम ते है। श्री अर्जन शुभ करियो लगावन, ये खूह किसे होर बंदे ने नहीं लगवाया, ये गुरु अर्जन देव जी ने आप लगवाया। वड्डा खूह है, मैं दर्शन किते ने, आप भी जाओगे तो दर्शन करना। महाराज जी दी सारियां तरंगां हिरदे नूं सो जांदियां, हिरदा उन्हां दा अनुभव करदा है ते प्रेम नाल भर जांदा है। सहत बरात उतरते परे, साहिब गुरु हरगोबिंद जी महाराज जी ने बरातियां समेत गुरुद्वारा गंगसर जिहड़ा मौजूद है, मात गंगा जियां दा खूह, उत्थे उतारा किया है। श्री गुरुदेव तरोवर तरे, एक सोहना दरखत है जिहदे हेठां महाराज बिराजे ने, उहदे नाल ही उरले पासे मेन रोड दे हाईवे दे बिल्कुल नाल अंदर वड़दे ही पहलां पैंदे खान दी कबर आउंदी है, जिथे महाराज जी ने उसका उद्धार किया है। जो हमला करने वास्ते आया सी ते वो महाराज जी का खंडा भी उत्थे ही मौजूद है, जिस नाल पैंदे खान का शरीर 2 टुकड़े होया। बड़ा रमणीक ते बड़ा हरिया हरिया भरिया ते बड़ा आनंदमयी नगर है। ते मेरा ख्याल जो अज आप सुन रहे हो देश विदेश विच बैठे, एक बारी तो सब का मन कर ही पिया बई महाराज दर्शन बख्शण अपने नगर दे, ते उत्थे दी चरण धूड़ मस्तक ते लाइए। बड़ा सुभागा स्थान दरखत है सी वड्डा, जिथे महाराज जी ने उतारा किया। सम सूरज के बिजना होत, बहुत सोहना सूरज की शक्ल का बनया होया पंखा, जिस ते कीमती नग लगे हुए ने, जो सूरज वांगू चमकदा है, ते सेवक हवा करते हैं, पखा झुलते हैं। तो इस तरह लगता है जिवें सूरज समम आके महाराज जी नूं ठंडी हवा प्रदान कर रहा है। चमर टुरह छब करह उदेत, और बहुत वड्डी महिमा बनी हुई है, सोहना चौर झुलदा पिया। अज तक ये मर्यादा हैगी। कई मैं अर्ज करा तार के कह देंदे जी चौर की लोड़ की हैगी, ये की करता है, कौन दसे। सतगुरु पातशाह जी के घर की आद काल की मर्यादा। वड्डे वड्डे शहनशाहां ते चौर झुलदे सन, ते ये चौर निरंजनी चौर है, ये संसारी नहीं। पार ब्रह्म परमेश्वर की दरगाह तो ये सन्मान गुरु नानक नूं प्राप्त होया। ते अज गुरु नानक गुरु ग्रंथ साहब जी के रूप च विराजमान ने, ते उही सन्मान है, ते उही शान है। ये शान घट नहीं सकती, वध तां सकदी। कोई यतन करे वध तां सकदी है, पर इसनूं घटाया नहीं जा सकता। महाराज जी के सीस ते बड़ा खूबसूरत चौर झुल रहा है। जो जो मंगत जन चल आवे, जो जो महाराज जी के घर जाचक आउंदे ने, मंग करते ने, महाराज सानू ऐ चाहिदा, ऐ चाहिदा, ऐ लोड़ है, जो जो प्रार्थना करते हैं मंगते हैं, तत छिन लै लै दरब सिधावे। महाराज उस वेले ही बरकतां नाल धन नाल उन्हां दीयां झोलियां भरदे जांदे। कोई सखणी झोली नहीं जा रहा। डेढ़ जाम लो सब बिसरामे, इत्थे कोई 4.5 घंटे सारिया ने टिकाणा किया। बसन विभूखन तन अबरामे, बहुत सोहने बस्तर गहने आदक बरातियां ने पहने हुए हैं। प्रेम चंद नर पठ अगवाए, ते बाबा सूरजमल जी दे सौरा साहब बाबा प्रेम चंद जी ने अपने सेवक, अपने परिवार के मैंबर, रिश्तेदार, चुनिंदा जो सन,
ਉਹਨਾਂ ਨੂੰ ਮਹਾਰਾਜ ਜੀ ਦੀ ਅਗਵਾਈ ਕਰਨ ਲਈ, ਸਨਮਾਨ ਕਰਨ ਲਈ ਭੇਜਿਆ। ਸਨਮਾਨੇ ਸਤਿਗੁਰ ਸਤ ਭਾਏ। ਔਰ ਸਤਿਗੁਰੂ ਪਾਤਸ਼ਾਹ ਜੀ ਦਾ ਸਨਮਾਨ ਉਹਨਾਂ ਨੇ ਹਿਰਦੇ ਤੋਂ ਕੀਤਾ। ਸਤ ਭਾਏ, ਸੱਚੀ ਭਾਵਨਾ ਨਾਲ, ਪ੍ਰੇਮ ਨਾਲ, ਸਤਿਕਾਰ ਨਾਲ ਮਹਾਰਾਜ ਜੀ ਨੂੰ ਪੁਸ਼ਪਾਂਜਲੀਆਂ ਅਰਪਿਤ ਕੀਤੀਆਂ। ਮਹਾਰਾਜ ਅਬ ਅੰਤਰ ਚਾਲੋ। ਤੇ ਨਾਲੇ ਬੇਨਤੀਆਂ ਕੀਤੀਆਂ, ਹੈ ਮਹਾਰਾਜ ਪਾਰ ਬ੍ਰਹਮ ਪਰਮੇਸ਼ਵਰ ਜੋਤ ਗੁਰੂ ਹਰਗੋਬਿੰਦ ਸਾਹਿਬ ਜੀ, ਆਪ ਹੁਣ ਮਿਹਰ ਕਰਕੇ ਅੰਦਰ ਪਧਾਰੋ। ਹਾਂਜੀ, ਬਹੁ ਬਾਦਿਤ ਤੁਨ ਊਚ ਉਠਾਲੇ। ਇਸ ਤਰ੍ਹਾਂ ਨਾਲ ਲੈ ਕੇ ਚੱਲੇ ਹਨ ਤੇ ਬਹੁਤ ਨਿਜ ਮੰਦਰ ਵਿਸ਼ਰਾਮ ਸੰਭਾਲੇ। ਆਪਣੇ ਘਰ ਟਿਕਾਣਾ ਜਿੱਥੇ ਆਪ ਜੀ ਦਾ ਕੀਤਾ ਗਿਆ ਹੈ ਠਹਿਰਾਓ, ਉੱਥੇ ਆਪ ਚੱਲ ਕੇ ਆਰਾਮ ਕਰੋ। ਸੁਣਿਓ ਸਭਿਨ ਸਭ ਅੰਤਰ ਚਾਲੇ। ਔਰ ਜਦੋਂ ਇਹ ਆਵਾਜ਼ ਸਾਰੇ ਬਰਾਤੀਆਂ ਨੂੰ ਮਿਲੀ ਵੀ ਸਾਰਿਆਂ ਨੇ ਹੁਣ ਨਗਰ ਦੇ ਅੰਦਰ ਪ੍ਰਵੇਸ਼ ਕਰਨਾ ਹੈ, ਤਾਂ ਬਹੁ ਬਾਦਤ ਤੁਨ ਊਚ ਉਠਾਲੇ। ਫੇਰ ਵੱਡੇ ਵੱਡੇ ਨਗਾਰੇ, ਤਰ੍ਹਾਂ ਤਰ੍ਹਾਂ ਦੇ ਵਾਜੇ, ਸੰਗੀਤ ਅਲਾਪਦੇ ਹੋਏ ਵੱਜੇ ਤੇ ਸ਼ਬਦ ਦੀਆਂ ਗੁੰਜਾਰਾਂ ਹੋਈਆਂ। ਚੜੇ ਛੈਲ ਹੈ ਚਪਲ ਚਲਾਵੇ। ਔਰ ਇਸ ਤਰ੍ਹਾਂ ਦੇ ਨਾਲ ਜਿਹੜੇ ਬਰਾਤੀ ਘੋੜਿਆਂ ਤੇ ਉਹ ਆਪਣੇ ਘੋੜਿਆਂ ਨੂੰ ਹਿੱਕਦੇ ਪਏ ਹਨ। ਕੋ ਸਿਆੰਦਨ ਪਰ ਚੜੇ ਸਿਧਾਵੇ। ਕੁਝ ਰੱਥਾਂ ਤੇ ਸਵਾਰ ਹਨ, ਉਹ ਵੀ ਚੱਲ ਰਹੇ ਹਨ। ਕੇਤਕ ਗਜ ਅਰੂਢ ਕਰ ਚਲੇ। ਤੇ ਕੁਝ ਹਾਥੀਆਂ ਤੇ ਸਵਾਰ ਹਨ ਬਰਾਤੀ। ਇਸ ਤਰ੍ਹਾਂ ਬਾਰਾਤ ਆਈ, ਕੁਝ ਰੱਥਾਂ ਤੇ, ਕੁਝ ਘੋੜਿਆਂ ਤੇ, ਕੁਝ ਹਾਥੀਆਂ ਤੇ। ਇਸ ਢੰਗ ਨਾਲ ਬਾਰਾਤ ਅੱਗੇ ਚੱਲ ਰਹੀ ਹੈ। ਧਨ ਬਰਖਾਵਤ ਜਨ ਘਨ ਭਲੇ। ਇਸ ਤਰ੍ਹਾਂ ਜਿੱਧਰੋਂ ਦੀ ਮਹਾਰਾਜ ਲੰਘਦੇ ਨੇ ਬਰਕਤਾਂ ਬਰਸਦੀਆਂ ਨੇ, ਧਨ ਬਰਸ ਰਿਹਾ ਹੈ। ਜਿਸ ਤਰ੍ਹਾਂ ਸਾਵਣ ਦੇ ਮਹੀਨੇ ਨਾ ਬਰਸਾਤ ਹੁੰਦੀ ਹੈ ਨਾ, ਅੱਜ ਹੀ ਤੁਸੀਂ ਦੇਖੋ ਕਿੰਨੀ ਬਰਸਾਤ ਹੋਈ ਤੇ ਠੰਡਕ ਮਹਿਸੂਸ ਕੀਤੀ, ਜਲ ਥਲ ਹੋ ਗਿਆ। ਔਰ ਇਸ ਤਰ੍ਹਾਂ ਮਹਾਰਾਜ ਜੀ ਜਿੱਧਰੋਂ ਲੰਘਦੇ ਨੇ ਬਰਕਤਾਂ ਦੀ ਬਾਰਿਸ਼ ਹੁੰਦੀ, ਧਨ ਬਰਸਦਾ ਹੋਇਆ ਜਾ ਰਿਹਾ ਹੈ। ਖੁਸ਼ੀਆਂ ਨਾਲ ਗਲੀਆਂ ਭਰਦੀਆਂ ਜਾ ਰਹੀਆਂ, ਵਿਹੜੇ ਭਰਦੇ ਜਾ ਰਹੇ ਹਨ। ਬਹੁਤ ਬਰਣ ਕੇ ਗਹੇ ਨਿਸ਼ਾਨ। ਔਰ ਇਸ ਤਰ੍ਹਾਂ ਦੇ ਤਰ੍ਹਾਂ ਤਰ੍ਹਾਂ ਦੇ ਨਿਸ਼ਾਨ, ਅੱਗੇ ਝੰਡੀਆਂ ਲੈ ਕੇ, ਝੰਡੇ ਲੈ ਕੇ ਸਵਾਗਤ ਲਈ ਨਾਗਰ ਜਨ ਖੜੇ ਹਨ। ਆਗੈ ਗਮਨੈ ਸੁਬਤ ਮਹਾਨ। ਤੇ ਸਭ ਤੋਂ ਜ਼ਿਆਦਾ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਨੇ ਉਹ ਸਾਰੀ ਬਾਰਾਤ ਤੋਂ ਅੱਗੇ ਬਾਬਾ ਸੂਰਜਮਲ ਜੀ ਨੂੰ ਲੈ ਕੇ ਚੱਲ ਰਹੇ ਹਨ। ਤਰ੍ਹਾਂ ਤਰ੍ਹਾਂ ਦੇ ਝੰਡੇ ਅੱਗੇ ਚੱਲ ਰਹੇ ਹਨ। ਗਰੀ ਗਰੀ ਮਹਿ ਧਨ ਬਰਖਾਇਓ। ਬਸ ਇਹ ਨਾ ਸਮਝੋ ਵੀ ਮਹਾਰਾਜ ਦੇ ਚਰਨ ਪੈ ਰਹੇ ਨੇ, ਲੰਘਦੇ ਜਾ ਰਹੇ ਨੇ, ਬਲਕਿ ਜਿਸ ਗਲੀ ਚੋਂ ਲੰਘਦੇ ਜਾ ਰਹੇ ਨੇ ਉਹ ਬਰਕਤਾਂ ਨਾਲ ਭਰਦੀ ਜਾ ਰਹੀ, ਧਨ ਵਰਸ਼ਾ ਹੋ ਰਹੀ ਹੈ। ਪਰ ਜਨ ਦੇਖਤ ਆਨੰਦ ਵਧਾਇਓ। ਔਰ ਇਸ ਤਰ੍ਹਾਂ ਆਪਣੇ ਪਿਆਰਿਆਂ ਨੂੰ ਦੇਖ ਕੇ ਪਰਸਪਰ ਬਹੁਤ ਮਨ ਆਨੰਦਿਤ ਹੋ ਰਿਹਾ ਹੈ। ਆਪਣੇ ਮੰਦਿਰ ਉਤਰੇ ਜਾਈ। ਇਸ ਤਰ੍ਹਾਂ ਫਿਰ ਸਤਿਗੁਰੂ ਪਾਤਸ਼ਾਹ ਆਪਣੇ ਨਿਜ ਟਿਕਾਣੇ ਘੋੜੇ ਤੋਂ ਉਤਰੇ ਹਨ। ਲੈ ਲੈ ਭੇਟ ਮਿਲੇ ਸਮੁਦਾਈ। ਤੇ ਬਹੁਤ ਸਾਰੀਆਂ ਸੰਗਤਾਂ, ਪ੍ਰੇਮੀ ਜਨ ਭੇਟਾਵਾਂ ਲੈ ਲੈ ਕੇ ਮਹਾਰਾਜ ਜੀ ਦੇ ਸਨਮਾਨ ਵਿੱਚ ਆਏ ਹਨ, ਮਿਲ ਰਹੇ ਹਨ, ਦਰਸ਼ਨ ਕਰ ਰਹੇ ਹਨ। ਦੋਹਰਾ ਮਹਾਕੁਲਾਹਲਪੁਰ ਵਿਖੇ ਹੋਤ ਪਇਓ ਆਨੰਦ। ਬਹੁਤ ਆਨੰਦ ਵਾਲਾ ਸਾਰੇ ਪਾਸੇ ਬੁਲੰਦ ਬਾਂਗ, ਉੱਚੀ ਉੱਚੀ ਨਾਦ ਹੋ ਰਿਹਾ। ਇਹਨੂੰ ਰੌਲਾ ਨਹੀਂ ਕਿਹਾ ਜਾ ਸਕਦਾ। ਕੁਲਾਹਲ ਜਿਸ ਵਿੱਚ ਆਨੰਦ ਹੋਵੇ, ਉਹ ਆਵਾਜ਼ਾਂ ਜੋ ਆਨੰਦ ਪ੍ਰਦਾਨ ਕਰਨ। ਉਸ ਤਰ੍ਹਾਂ ਸਾਰੇ ਪਾਸੇ ਖੁਸ਼ੀਆਂ ਦੀਆਂ ਆਵਾਜ਼ਾਂ ਮਹਾਰਾਜ ਦੀ ਬਾਣੀ ਦੇ ਗਾਇਨ, ਜੈ ਜੈਕਾਰ ਦੀ ਧੁਨ ਸੁਣਾਈ ਪੈ ਰਹੀ ਹੈ। ਜਿਨ ਜਿਨ ਤਿਸ ਛਿਨ ਗੁਰ ਪਿਖੇ ਤਿਨ ਫਲ ਪੁੰਨ ਬਿਲੰਦ। ਬਸ ਇੰਝ ਸਮਝ ਲਓ ਵੀ ਭਾਈ ਸਾਹਿਬ ਕਹਿੰਦੇ ਨੇ ਉਸ ਵੇਲੇ ਜਿਸਨੇ ਵੀ ਆ ਕੇ ਮਹਾਰਾਜ ਦੇ ਦਰਸ਼ਨ ਕੀਤੇ ਨੇ, ਇੰਝ ਸਮਝੋ ਵੀ ਉਹਨੂੰ ਪੂਰਬਲੇ ਜਨਮਾਂ ਦੇ ਕੀਤੇ ਹੋਏ ਸ਼ੁਭ ਕਰਮਾਂ ਦਾ ਫਲ ਮਿਲਿਆ, ਔਰ ਵੱਡਾ ਫਲ ਮਿਲਿਆ ਹੈ। ਜਿਤਨਾ ਕਿ ਉਹਨਾਂ ਕਰਮਾਂ ਦਾ ਫਲ ਹੋ ਨਹੀਂ ਸਕਦਾ, ਉਸ ਤੋਂ ਕਿਤੇ ਵੱਡਾ ਮਿਲਿਆ, ਪ੍ਰਾਪਤ ਹੋਇਆ।
ਭਾਵ ਸਤਿਗੁਰੂ ਦੇ ਦੀਦਾਰ ਦਾ ਸੁਭਾਗ ਬਣਿਆ। ਚੋਪਈ ਪ੍ਰੇਮ ਚੰਦ ਤਬ ਪਠੀ ਬਟੇਰੀ। ਤੇ ਪ੍ਰੇਮ ਚੰਦ ਜੀ ਨੇ ਭੋਜਨ ਭੇਜਿਆ ਸਾਰਿਆਂ ਵਾਸਤੇ। ਆਪ ਸਵਾਗਤ ਲਈ ਵੀ ਪਹੁੰਚੇ ਨੇ, ਮਿਲਣੀ ਹੁੰਦੀ ਸੀ, ਪਰ ਉਸ ਤੋਂ ਪਹਿਲਾਂ ਸਾਰਿਆਂ ਲਈ ਭੋਜਨ ਦਾ ਜਿਹੜਾ ਵੱਡਾ ਪ੍ਰਬੰਧ ਸੀ ਉਹ ਸੋਹਣਾ ਸੋਹਣਾ ਸਜਾ ਕੇ ਭੇਜਿਆ ਗਿਆ। ਸਭਿਨ ਬਿਲੋਕਤ ਖੁਸ਼ੀ ਕਨੇਰੀ। ਜਿਸ ਢੰਗ ਨਾਲ ਉਹਨਾਂ ਨੇ ਸਜਾ ਕੇ ਸਨਮਾਨ ਸਹਿਤ ਭੋਜਨ ਭੇਜਿਆ, ਉਹ ਦੇਖ ਕੇ ਵੀ ਸਾਰੇ ਪ੍ਰਸੰਨ ਹੋ ਰਹੇ ਸਨ। ਹੁੰਦਾ ਸਾਧ ਸੰਗਤ ਵਰਤਾਉਣ ਦਾ ਵੀ ਢੰਗ। ਅਸੀਂ ਕਈ ਵਾਰੀ ਦੇਖਦੇ ਹਾਂ ਬਈ ਲੰਗਰ ਵਰਤਾਉਂਦਿਆਂ ਛਕਣ ਵਾਲਿਆਂ ਦੇ ਕੱਪੜਿਆਂ 'ਤੇ ਸਾਡੇ ਕੋਲੋਂ ਦਾਲ ਗਿਰ ਜਾਂਦੀ ਹੈ, ਸਬਜ਼ੀ ਗਿਰ ਜਾਂਦੀ ਹੈ, ਤੇ ਸਾਹਮਣੇ ਵੀ ਢੇਰ ਲੱਗ ਜਾਂਦਾ। ਕਈ ਵਾਰੀ ਐਸਾ ਹੋ ਜਾਂਦਾ, ਪਰ ਕਈ ਵਰਤਾਉਣ ਵਾਲੇ ਐਸੇ ਪ੍ਰੇਮ ਨਾਲ ਵਰਤਾਉਂਦੇ ਨੇ, ਮਜ਼ਾਲ ਹੈ ਦਾਲ ਦਾ ਇੱਕ ਦਾਣਾ ਵੀ ਥੱਲੇ ਗਿਰ ਜਾਏ। ਔਰ ਝੁੱਕ ਕੇ ਬੜੇ ਸਨਮਾਨ ਨਾਲ, ਇਹ ਨਹੀਂ ਸੋਚਦੇ ਕਿ ਕੋਈ ਬੰਦੇ ਨੂੰ ਛਕਾ ਰਹੇ ਹਾਂ, ਬਲਕਿ ਮਹਿਸੂਸ ਕਰਦੇ ਨੇ ਕਿ ਗੁਰੂ ਨਾਨਕ ਬੈਠੇ ਨੇ ਤੇ ਉਹਨਾਂ ਨੂੰ ਲੰਗਰ ਪਰੋਸਦੇ ਪਏ। ਉਹ ਪਰੋਸਣ ਦਾ ਢੰਗ ਬਦਲ ਜਾਂਦਾ। ਬਿਲਕੁਲ ਇਸੇ ਤਰ੍ਹਾਂ ਹੀ ਹੈ। ਅਸੀਂ ਆਮ ਕਰਕੇ ਵੀ ਕੋਈ ਸਾਡਾ ਰਿਸ਼ਤੇਦਾਰ ਆਉਂਦਾ, ਕੋਈ ਸੰਬੰਧੀ ਆਉਂਦਾ, ਕੋਈ ਨਿਕਟਵਰਤੀ ਆਉਂਦਾ, ਤੇ ਅਸੀਂ ਉਸ ਨੂੰ ਭੋਜਨ ਦਿੰਦੇ ਹਾਂ ਤੇ ਮਨ ਦਾ ਭਾਵ ਨਾਲ ਆਉਂਦਾ। ਜਿਹੜੇ ਨਾਲ ਸਾਡੀ ਬਹੁਤੀ ਨੇੜਤਾ ਨਾ ਹੋਵੇ, ਅੰਦਰੋਂ ਵਿਰੋਧ ਹੋਵੇ ਤੇ ਮਜਬੂਰੀ ਹੋਵੇ ਵੀ ਇਹਨੂੰ ਤਾਂ ਭੋਜਨ ਕਰਾਉਣਾ ਹੀ ਹੈ, ਉਹ ਫਿਰ ਕਹਿੰਦੇ ਚਲੋ ਕਰਨਾ ਤਾਂ ਪੈਣਾ ਹੀ ਹੈ, ਖਾ ਕੇ ਹੀ ਇਹਨੇ ਗਲੋਂ ਲੈਣਾ, ਐਵੇਂ ਨਹੀਂ ਲੈਣਾ। ਪਰ ਜਿਹਦੇ ਨਾਲ ਸਾਡਾ ਅੰਦਰੋਂ ਸਨਮਾਨ ਹੁੰਦਾ ਫਿਰ ਉਹਨੂੰ ਪਰੋਸਣ ਦਾ ਢੰਗ ਬਦਲ ਜਾਂਦਾ। ਐਸੇ ਤਰ੍ਹਾਂ ਮਹਾਰਾਜ ਜੀ ਨੂੰ ਜੋ ਭੋਜਨ ਪਰੋਸਿਆ ਜਾ ਰਿਹਾ, ਬਾਰਾਤੀਆਂ ਨੂੰ ਪਰੋਸਿਆ ਜਾ ਰਿਹਾ, ਉਹ ਇਹ ਸੋਚ ਕੇ ਨਹੀਂ ਪਰੋਸਿਆ ਜਾ ਰਿਹਾ ਵੀ ਨਾਲ ਬਾਰਾਤੀ ਆਏ। ਇਕੱਲੇ ਇਕੱਲੇ ਬਾਰਾਤੀ ਦਾ, ਮੇਲੀਆਂ ਦਾ, ਗੁਰਸਿੱਖਾਂ ਦਾ ਸਨਮਾਨ ਇਸ ਤਰ੍ਹਾਂ ਹੀ ਕਰਦੇ ਪਏ ਨੇ ਭਾਈ ਪ੍ਰੇਮ ਚੰਦ ਜੀ, ਜਿਵੇਂ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅਨੇਕਾਂ ਰੂਪ ਧਾਰ ਕੇ ਤੇ ਪਧਾਰੇ ਹੋਵਨ। ਹਿਤ ਮਿਲਣੀ ਕੇ ਬੋਹਰ ਬੁਲਾਏ। ਫਿਰ ਮਿਲਣੀ ਦਾ ਸਮਾਂ ਆਇਆ ਬਈ ਅਰਦਾਸ ਹੋਵੇ, ਤੇਤਿਆਂ ਪਤੇਤਿਆਂ ਦਾ ਮੇਲ ਹੋਵੇ। ਕੋਈ ਤਿਆਰ ਚਾਲੇ ਸਮੁਦਾਏ। ਸਾਰੇ ਤਿਆਰ ਬਰ ਤਿਆਰ ਹੋ ਕੇ, ਸੋਹਣੇ ਬਸਤਰ ਪਾ ਕੇ, ਸ਼ਸਤਰ ਸਜਾ ਕੇ, ਸੋਹਣੇ ਗਹਿਣੇ ਪਾ ਕੇ ਚੱਲੇ ਹਨ। ਸੂਰਜ ਮਲ ਬੜਵਾ ਪਰ ਆਛੇ। ਇਹ ਘੋੜੀ ਤੇ ਬਿਰਾਜਮਾਨ ਨੇ, ਬੜੇ ਸੋਹਣੇ ਲੱਗ ਰਹੇ ਨੇ ਬਾਬਾ ਸੂਰਜ ਮਲ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦੇ ਬਾਬਾ ਸੂਰਜ ਮਲ ਜੀ, ਬਹੁਤ ਸੋਹਣਾ ਦੂਲਾ ਲੱਗ ਰਿਹਾ, ਲਾੜਾ ਬੜਾ ਸੋਹਣਾ ਲੱਗ ਰਿਹਾ। ਅੱਗੇ ਸੋਹਣੀ ਘੋੜੀ ਤੇ ਬਾਬਾ ਸੂਰਜ ਮਲ ਜੀ ਬਿਰਾਜੇ ਹੋਏ ਹਨ। ਤੇਗ ਬਹਾਦਰ ਸੋਬਤ ਪਾਛੇ। ਤੇ ਉਹਨਾਂ ਦੇ ਨਾਲ ਹੀ ਉਸੇ ਹੀ ਘੋੜੀ ਤੇ ਪਿਛਲੇ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਹੋਏ। ਬਾਬਾ ਸੂਰਜ ਮਲ ਜੀ ਵੱਡੇ ਹਨ ਉਮਰ ਵਿੱਚ, ਗੁਰੂ ਤੇਗ ਬਹਾਦਰ ਜੀ ਛੋਟੇ ਹਨ। ਤੇ ਉਹ ਗਲ ਵਕੜੀ ਪਾ ਕੇ ਨਾ ਪਿੱਛੋਂ ਗੁਰੂ ਤੇਗ ਬਹਾਦਰ ਸਾਹਿਬ ਸੂਰਜ ਮਲ ਜੀ ਨੂੰ ਪਿੱਛੋਂ ਕਲਾਵਾ ਭਰ ਕੇ ਤੇ ਨਾਲ ਘੋੜੀ ਤੇ ਬੈਠੇ ਹੋਏ ਹਨ। ਹਾਂਜੀ। ਤਬ ਆਤਿਸ਼ਬਾਜ਼ੀ ਚਲਵਾਈ। ਤੇ ਬਾਬਾ ਪ੍ਰੇਮ ਚੰਦ ਜੀ ਨੇ ਸਨਮਾਨ ਵਿੱਚ ਬਹੁਤ ਸਾਰੀ ਆਤਿਸ਼ਬਾਜ਼ੀ ਚਲਵਾਈ ਹੈ। ਦੇਖਤ ਲੋਕ ਮਿਲੇ ਸਮੁਦਾਈ। ਤੇ ਵੇਖਣ ਵਾਸਤੇ ਇਸ ਬਾਰਾਤ ਦੇ ਢੁਕਾਓ ਨੂੰ ਬਹੁਤ ਲਾਗਿਓਂ ਜਲੰਧਰ ਆਦਿਕ ਨਗਰ ਦੀਆਂ तमाम संगतां पहुंचियां हन। केतक चरखी अधिक प्रभावै। ते बहुत सारियां चक्करियां जिहड़ियां न बनाईयां होईयां जिहदे विच बारूद ला के जिहड़ा मसाला हुंदा पटाकियां दा ओह ला के चलाउंदे और वो सोहणियां लग रहीआं हन। ओ सजोर उड गगन सिधावै। और इस तरह दे नाल बड़े बल नाल कुछ ਜਿਹੜੇ ਨੇ ਪਟਾਕੇ ਆਦਿਕ ਉੱਡ ਕੇ ਆਸਮਾਨ ਵੱਲ ਜਾ ਰਹੇ ਹਨ। ਅਦਿਕ ਕੁਲਾਹਲ ਸੁਨਹਿ ਬਿਲੋਕਤ। ਬਹੁਤ ਆਨੰਦਮਈ ਧੁਨੀ ਹੈ, ਸਾਰੇ ਦੇਖ ਰਹੇ ਨੇ ਤੇ ਉਸ ਨੂੰ ਸੁਣ ਰਹੇ। ਜਿਵੇਂ ਵਿਸਲ ਕਰਦੇ ਹੋਏ ਇਹ ਸੁਰਲੀਆਂ ਚੱਲਦੀਆਂ ਨੇ, ਸੁਰਲੀਆਂ ਹੀ ਮੈਨੂੰ ਸ਼ਬਦ ਆਉਂਦਾ, ਹੋਰ ਇਹਦਾ ਮੈਨੂੰ ਦੂਜਾ ਸ਼ਬਦ ਨਹੀਂ ਆਉਂਦਾ। ਉਹ ਬੋਤਲ ਜਿਹੀ ਵਿੱਚ ਰੱਖ ਕੇ ਚਲਾਉਂਦੇ ਨੇ ਤੇ ਬੜਾ ਉੱਚੀ ਆਵਾਜ਼ ਕਰਦੀਆਂ, ਵਿਸਲ ਕਰਦੀਆਂ ਹੋਈਆਂ ਜਾਂਦੀਆਂ। ਇਸ ਤਰ੍ਹਾਂ ਸੋਹਣਾ ਆਤਿਸ਼ਬਾਜ਼ੀ ਦਾ ਪ੍ਰਬੰਧ ਹੈ। ਦੁਨੀਆ ਵਿੱਚ ਸਭ ਤੋਂ ਵਧੀਆ ਆਤਿਸ਼ਬਾਜ਼ੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਹੁੰਦੀ। ਤੁਸੀਂ ਦੇਖੋ ਵਿਸ਼ੇਸ਼ ਸਮਿਆਂ 'ਤੇ ਉੱਥੇ ਜਲੌ ਵੀ ਸਜਦੇ ਹਨ ਅਤੇ ਨਾਲ ਆਤਿਸ਼ਬਾਜ਼ੀ ਵੀ ਹੁੰਦੀ ਹੈ, ਅਤੇ ਉਹ ਦੇਖਣ ਵਾਲੀ ਹੀ ਹੁੰਦੀ। ਅਤੇ ਜਿਹੜੇ ਦੇਖਦੇ ਨੇ ਫਿਰ ਅਰਦਾਸਾਂ ਕਰਦੇ ਨੇ ਵੀ ਮਹਾਰਾਜ ਸੱਚੇ ਪਾਤਸ਼ਾਹ ਅਗਲੀ ਵਾਰੀ ਫਿਰ ਜੀਵਨ ਮਿਲੇ, ਫਿਰ ਬਰਕਤ ਮਿਲੇ, ਫਿਰ ਸਮਾਂ ਮਿਲੇ, ਫਿਰ ਸਿਹਤ ਬਣੀ ਰਵੇ ਅਤੇ ਫਿਰ ਦੁਬਾਰੇ ਦਰਸ਼ਨ ਹੋਣ। ਐਸੀ ਮਨ ਦੀ ਖਾਹਿਸ਼ ਬਣ ਜਾਂਦੀ ਹੈ। ਮਹਾਪ੍ਰਕਾਸ਼ ਮਤਾਬੀ ਮੋਕਤ। ਔਰ ਇਸ ਤਰ੍ਹਾਂ ਦੇ ਨਾਲ ਮਹਿਤਾਬੀ ਬਹੁਤ ਸਾਰੇ ਪ੍ਰਕਾਸ਼ ਦੇ ਵਾਸਤੇ ਮਿਸਾਲਾਂ ਆਦਿਕ, ਚਿਰਾਗ ਆਦਿਕ ਔਰ ਇਹ ਪਟਾਕੇ ਆਦਿਕ ਚੱਲ ਰਹੇ ਹਨ। ਪ੍ਰੇਮ ਚਾਂਦਲੇ ਬਹੁਤ ਉਪਾਇਨ। ਬਹੁਤ ਸਾਰੀਆਂ ਪ੍ਰੇਮ ਭੇਟਾਵਾਂ ਲੈ ਕੇ ਬਾਬਾ ਪ੍ਰੇਮ ਚੰਦ ਜੀ ਆਨ ਭਰਿਓ ਸਤਿਗੁਰ ਕੇ ਪਾਇਨ। ਤੇ ਬੇਸ਼ਕੀਮਤੀ ਭੇਟਾਵਾਂ ਲੈ ਕੇ ਤੇ ਬਾਬਾ ਪ੍ਰੇਮ ਚੰਦ ਜਿਸ ਦਾ ਸੁਭਾਗ ਬਣਿਆ, ਜਿਸ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮਧੀ ਹੋਣ ਦਾ ਸਨਮਾਨ ਪ੍ਰਾਪਤ ਹੋਇਆ, ਉਹ ਭੇਟਾਵਾਂ ਲੈ ਕੇ ਤੇ ਮਹਾਰਾਜ ਦੇ ਚਰਨਾਂ ਤੇ ਆਟ ਕੇ ਡਿੱਗ ਪਏ। ਤਹਿ ਉਠਾਏ ਕਰ ਕੰਠ ਲਗਾਇਓ। ਮਹਿਮਾ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੋਢਿਆਂ ਤੋਂ ਪਕੜ ਕੇ ਪ੍ਰੇਮ ਚੰਦ ਜੀ ਨੂੰ ਆਪਣੇ ਗਲ ਨਾਲ ਲਾ ਲਿਆ। ਆਖਣ ਲੱਗੇ ਮੱਥਾ ਟੇਕਣ ਦਾ ਸਮਾਗਮ ਨਹੀਂ ਹੈ ਪ੍ਰੇਮ ਚੰਦ ਜੀ, ਮਿਲਣੀ ਦਾ ਸਮਾਗਮ ਹੈ। ਤੇ ਇੱਦਾਂ ਥੋੜ੍ਹੀ ਮਿਲੀਦਾ ਹੈ। ਆਓ ਤੁਹਾਨੂੰ ਅਸੀਂ ਦੱਸਦੇ ਹਾਂ ਕਿਵੇਂ ਮਿਲੀਦਾ। ਇਹ ਕਹਿੰਦੇ ਹੋਇਆਂ ਸ਼ਹਿਨਸ਼ਾਹੇ ਦੋ ਆਲਮ ਮੇਰੀਆਂ ਪੀਰੀਆਂ ਦੇ ਦਾਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰੇਮ ਚੰਦ ਜੀ ਨੂੰ ਘੁੱਟ ਕੇ ਆਪਣੇ ਗਲ ਲਗਾ ਲਿਆ। ਜਗਤ ਰੀਤ ਮਹਿ ਗੁਰ ਮਨ ਭਾਇਓ। ਇਹ ਭਾਵੇਂ ਜਗਤ ਦੀ ਰੀਤ ਹੈ ਮਿਲਣੀ ਕਰਨੀ, ਪਰ ਗੁਰੂ ਪਾਤਸ਼ਾਹ ਦੇ ਮਨ ਨੂੰ ਭਾਇਆ ਤੇ ਉਹਨਾਂ ਨੇ ਗਲ ਨਾਲ ਲਾ ਲਿਆ। ਭਾਵ ਨਿਹਾਲ ਕਰ ਦਿੱਤਾ। ਭਇਓ ਨਿਹਾਲ ਅੰਗ ਕੋ ਲਾਗਾ। ਤੇ ਜਦੋਂ ਮਹਾਰਾਜ ਜੀ ਦੇ ਸੀਨੇ ਨਾਲ ਲੱਗਿਆ ਪ੍ਰੇਮ ਚੰਦ ਤੇ ਜਨਮਾਂ ਦੇ ਭਾਗ ਜਾਗ ਪਏ। ਪੂਰਵ ਜਨਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਕੀ ਸੋਈ ਜਾਗੀ। ਨਿਹਾਲ ਹੋ ਗਏ ਭਾਈ ਕਰਮ ਪ੍ਰੇਮ ਚੰਦ ਜੀ। ਪ੍ਰੇਮ ਚੰਦ ਔਰ ਅਤ ਅਨੁਰਾਗਾ। ਤੇ ਹਿਰਦਾ ਉਹਨਾਂ ਦਾ ਬਹੁਤ ਪ੍ਰੇਮ ਨਾਲ ਭਰ ਗਿਆ, ਨੇਤਰ ਵੀ ਛਲਕ ਪਏ। ਇਮੇਜ ਕਰ ਸਕਦੇ ਹੋ ਤੁਸੀਂ ਵੀ ਜਦੋਂ ਛੇਵੇਂ ਪਾਤਸ਼ਾਹ ਨੇ ਗਲ ਨਾਲ ਲਾਇਆ ਹੋਵੇਗਾ ਤੇ ਫਿਰ ਉਹਦੇ ਹਿਰਦੇ ਵਿੱਚ ਕਿਹੋ ਜਿਹੀਆਂ ਤਰੰਗਾਂ ਬਣੀਆਂ ਹੋਣਗੀਆਂ, ਕਿਸ ਤਰ੍ਹਾਂ ਹਿਰਦਾ ਪ੍ਰੇਮ ਨਾਲ ਉਛਲ ਪਿਆ ਹੋਵੇਗਾ। ਤੇ ਬਹੁਤ ਪ੍ਰੇਮ ਨਾਲ ਭਰ ਗਿਆ ਤੇ ਗਦ ਹੋ ਗਿਆ, ਬੋਲ ਮੂੰਹੋਂ ਨਹੀਂ ਨਿਕਲ ਰਹੇ ਸਨ। ਪ੍ਰਥਮ ਜਨਮ ਗਨ ਪੁੰਨ ਸਕੇਲਾ। ਇੰਝ ਲੱਗਿਆ ਵੀ ਪੁਰਾਣੇ ਜਨਮਾਂ ਦੇ ਵੇਖਣ ਵਾਲਿਆਂ ਨੇ ਕਿਹਾ ਪੁੰਨ ਇਕੱਠੇ ਕੀਤੇ ਹੋਏ ਨੇ, ਸ਼ੁਭ ਕਰਮ ਇਕੱਠੇ ਕੀਤੇ ਹੋਏ ਨੇ। ਇਸ ਕਰਕੇ ਇਸ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਲ ਲੱਗਣ ਦਾ ਤੇ ਉਹਨਾਂ ਦਾ ਰਿਸ਼ਤੇਦਾਰ ਬਣਨ ਦਾ ਸੁਭਾਗ ਮਿਲਿਆ ਹੈ। ਤਿਨਹੁ ਦੀਨ ਫਲ ਗੁਰ ਗਲ ਮੇਲਾ। ਔਰ ਇਸ ਤਰ੍ਹਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤ ਫਲ ਝੋਲੀ 'ਚ ਪਾਏ। ਇਹਨੂੰ ਜਿਹੜਾ ਗੁਰੂ ਦਾ ਮੇਲ ਹੋਇਆ ਹੈ ਉਹ ਪੁਰਾਣੇ ਸ਼ੁਭ ਕਰਮਾਂ ਦਾ ਫਲ ਹੈ। ਲੋਕੀ ਇਸ ਤਰ੍ਹਾਂ ਕਹਿੰਦੇ ਹਨ ਭਾਈ ਸਾਧ ਸੰਗਤ ਵੈਸੇ ਕੋਈ ਕਰਮ ਐਸਾ ਨਹੀਂ ਜਿਹਦਾ ਫਲ ਗੁਰੂ ਨਾਲ ਮਿਲਣਾ ਹੋਵੇ। ਗੁਰੂ ਨਾਲ ਮਿਲਣਾ ਕਿਸੇ ਕਰਮ ਦੇ ਫਲ ਕਰਕੇ ਨਹੀਂ ਹੋ ਸਕਦਾ। ਗੁਰੂ ਨਾਲ ਮਿਲਣਾ ਗੁਰੂ ਦੀ ਮਿਹਰ ਕਰਕੇ ਹੀ ਹੋ ਸਕਦਾ, ਗੁਰੂ ਦੀ ਬਖਸ਼ਿਸ਼ ਕਰਕੇ ਹੀ ਹੋ ਸਕਦਾ ਹੈ। ਲੈ ਦੂਲਹ ਕੋ ਦਵਾਰ ਸਿਧਾਰੇ। ਇਸ ਤਰ੍ਹਾਂ ਬਾਬਾ ਸੂਰਜਮਲ ਜੀ ਨੂੰ ਲੈ ਕੇ ਆਪਣੇ ਘਰ ਸਿਧਾਰੇ ਹਨ। ਪੁੰਨ ਕੇ ਤੇ ਆਪਣੇ ਚਲ ਆਏ। ਫਿਰ ਇਸ ਤਰ੍ਹਾਂ ਦੇ ਨਾਲ ਸਾਰੇ ਵਿਵਹਾਰ ਹੋਏ ਤੇ ਆਪਣੇ ਘਰ ਵਾਪਸ ਆਏ। ਕੌਤਕ ਹੋਤ ਅਨੇਕ ਸਿਧਾਏ। ਇਸ ਤਰ੍ਹਾਂ ਅਨੇਕਾਂ ਹੀ ਕੌਤਕ ਵਰਤ ਰਹੇ ਹਨ। ਹਾਂਜੀ, ਬਹੁਰ ਭੋਜਨ ਹੇਤ ਬੁਲਾਏ। ਪਹਿਲੇ ਮਿਲਣੀ ਦੀ ਅਰਦਾਸ ਹੋ ਗਈ ਤੇ ਫਿਰ ਭੋਜਨ ਵਾਸਤੇ ਭੋਜਨ ਦਾ ਸਮਾਂ ਹੋ ਗਿਆ, ਸੱਦਾ ਦਿੱਤਾ। ਦਿਪ ਹੈ ਮਤਾਬੀ ਅਰ ਫੁਲਵਾਏ। ਬਹੁਤ ਸੋਹਣੀਆਂ ਫੁੱਲ ਝੜੀਆਂ ਚੱਲਦੀਆਂ ਪਈਆਂ ਨੇ ਤੇ ਚੰਦਰਮੇ ਵਰਗੀ ਰੋਸ਼ਨੀ ਦੇਣ ਵਾਲੇ ਚਿਰਾਗ ਮਿਸਾਲਾਂ ਜਲ ਰਹੀਆਂ ਹਨ। ਜਾਰਤ ਝਾਰਣ ਬ੍ਰਿੰਦ ਮਸਾਲੇ। ਬਹੁਤ ਸਾਰੇ ਵੱਡੇ
ਜਿਹੜੇ ਨੇ ਰੋਸ਼ਨੀ ਦੇ ਪ੍ਰਬੰਧ ਨੇ, ਮਿਸਾਲਾਂ ਚੱਲ ਰਹੀਆਂ ਹਨ। ਬਾਦ ਤੇ ਬਾਜਤ ਨਾਦ ਉਠਾਲੇ, ਬਹੁਤ ਸੋਹਣੇ ਨਗਾਰੇ ਆਨੰਦਦਾਇਕ ਵੱਜਦੇ ਪਏ ਹਨ। ਸਨੈ ਸਨੈ ਚਾਲਤ ਪਗ ਡਾਰਤ, ਮਹਿਮਾ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਆਹਿਸਤਾ ਆਹਿਸਤਾ ਚੱਲਦੇ ਹੋਏ ਜਾ ਰਹੇ ਨੇ। ਮਾਨੋ ਇੱਕ ਇੱਕ ਕਦਮ ਧਰਤੀ ਨੂੰ ਪਵਿੱਤਰ ਕਰਦੇ ਜਾ ਰਹੇ ਨੇ, ਤੇ ਸਭ ਸੰਗਤਾਂ ਨੂੰ ਦਰਸ਼ਨ ਦੇਣ ਲਈ ਕੋਈ ਰਹਿ ਨਾ ਜਾਏ, ਇਸ ਲਈ ਆਹਿਸਤਾ ਆਹਿਸਤਾ ਚੱਲ ਰਹੇ ਹਨ। ਲੋਕ ਹਜ਼ਾਰੋਂ ਦਰਸ ਨਿਹਾਰਤ, ਹਜੇ ਹਜ਼ਾਰਾਂ ਹੀ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰ ਰਹੀਆਂ ਹਨ। ਪ੍ਰੇਮ ਚਾਂਦ ਕੇ ਸਦਨ ਪ੍ਰਵੇਸੇ, ਇਸ ਤਰ੍ਹਾਂ ਭੋਜਨ ਕਰਨ ਵਾਸਤੇ ਬਾਬਾ ਪ੍ਰੇਮ ਚੰਦ ਜੀ ਦੇ ਘਰ ਆਏ ਹਨ। ਲੈ ਕਰ ਸੰਗ ਬਰਾਤ ਅਸੇਸੇ, ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨਾਲ ਹਨ, ਬਰਾਤੀ ਨਾਲ ਹਨ, ਤੇ ਭੋਜਨ ਵਾਸਤੇ ਸਾਹਿਬ ਪਹੁੰਚੇ ਹਨ। ਅਗਲੀ ਵਿਚਾਰ ਆਪ ਕੱਲ ਗੁਰੂ ਮੇਹਰ ਸਦਕਾ ਸਰਵਣ ਕਰੋਗੇ। ਇਸ ਵੇਲੇ ਵਕਤ ਦਾ ਤਕਾਜ਼ਾ ਹੈ, ਬੜੀ ਇਕਾਗਰਤਾ ਤੇ ਪ੍ਰੇਮ ਨਾਲ ਆਪ ਸਭ ਨੇ ਸਰਵਣ ਕੀਤਾ। ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ, ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ, ਤੇ ਸਾਹਿਬ ਜੀਆਂ ਦੇ ਦਰੋਂ ਮਿਲਣ ਵਾਲੀ ਬਰਕਤਮਈ ਫਤਿਹ ਦੀ ਦਾਤ ਆਪਣੀ ਝੋਲੀ 'ਚ ਪਾਉਣੀ ਹੈ। ਪਰ ਉਸ ਤੋਂ ਪੇਸ਼ਤਰ 2 ਮਿੰਟ ਸਾਰਿਆਂ ਨੇ ਮਿਲ ਕੇ ਮਹਾਮੰਤਰ ਗੁਰਮੰਤਰ ਦੇ ਜਾਪ ਨਾਲ ਜੁੜਨਾ ਹੈ। ਫਿਰ ਅਰਦਾਸ ਤੇ ਖਿਮਾ ਪ੍ਰਾਰਥੀ ਹੋਵਾਂਗੇ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ, ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।